हाँ जी, सत श्री अकाल जी। उम्मीद करदा तुसीं सारे ठीक ठाक होवोगे। इनसानां ने अपनी जान बचाउण लई ते अपना पेट भरन लई जदों तो ही जानवरां दा शिकार करना सिੱਖਿਆ है, उदों तो ही इनसानां नूं सब तो ज़्यादा ताकत सत्ता दी चाहत रही है। दुनिया दा हर लीडर लगभग ये चाहुंदा है कि उसका साम्राज सब तो वड्डा होवे, विशाल होवे, ताकतवर होवे। रोमन साम्राज तो लैके महान सिकंदर तक, चंगेज़ खान तक, ब्रिटिश अंपायर तक, हिटलर वर्गे लीडरां ने साम्राज नूं सब तो ज़्यादा ताकतवर विशाल बनाउण लई कोई कसर नहीं छड्डी। अणगिणत राजे महाराजे लीडर आए ते गए, अणगिणत साम्राजां उत्ते अणगिणत हमले होए, इन्हां देशां दे अणगिणत ही लीडर बदले। पर हुण दे टाइम दी दुनिया बदल गई है। नਵੇਂ कायदे कानून आ गए ने। ਅੱਜ ਦੀ ਦੁਨੀਆ ਵਿੱਚ ਕੁਝ ਦੇਸ਼ ਬਹੁਤ ਹੀ ਕਮਜ਼ੋਰ ਨੇ ਤੇ ਕੁਝ ਦੇਸ਼ ਬਹੁਤ ਹੀ ਤਾਕਤਵਰ ਨੇ। ਜੋ ਕਮਜ਼ੋਰ ਦੇਸ਼ ਨੇ ਉਹਨਾਂ ਉੱਪਰ ਤਕੜੇ ਦੇਸ਼ ਕਦੇ ਵੀ ਕਬਜ਼ਾ ਕਰ ਸਕਦੇ ਨੇ, ਪਰ ਉੱਥੇ ਹੀ ਕੁਝ ਦੇਸ਼ ਇੱਦਾਂ ਦੇ ਨੇ ਜਿਨ੍ਹਾਂ ਉੱਪਰ ਹਮਲਾ ਕਰਨ ਲਈ ਵੱਡੇ ਵੱਡੇ ਦੇਸ਼ਾਂ ਨੂੰ ਸੋਚਣਾ ਪੈਂਦਾ ਹੈ। ਜੇਕਰ ਫਿਰ ਵੀ ਉਹਨਾਂ ਉੱਪਰ ਕੋਈ ਹਮਲਾ ਕਰ ਦੇਵੇ ਤਾਂ ਇਹਨਾਂ ਦੇਸ਼ਾਂ ਤੋਂ ਜਿੱਤਣਾ ਲਗਭਗ ਨਾਮੁਮਕਿਨ ਹੈ। ਇਸ ਦੀ ਵਜ੍ਹਾ ਹੈ ਇਹ ਦੇਸ਼ਾਂ ਦੀ ਤਾਕਤਵਰ ਸੈਨਾ, ਤਾਕਤਵਰ ਦੋਸਤ ਤੇ ਸਭ ਤੋਂ ਵੱਡੀ ਗੱਲ ਇਹਨਾਂ ਦੇਸ਼ਾਂ ਦੀ ਜੀਓਗ੍ਰਾਫੀ। ਅਸੀਂ ਅੱਜ ਦੀ ਵੀਡੀਓ ਵਿੱਚ ਇਦਾਂ ਦੇ ਹੀ 10 ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ। ਆਸਟ੍ਰੇਲੀਆ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ਵਿੱਚੋਂ ਦੇਸ਼ ਹੈ ਆਸਟ੍ਰੇਲੀਆ। ਆਸਟ੍ਰੇਲੀਆ ਨੂੰ ਜਿੱਤਣਾ ਲਗਭਗ ਨਾਮੁਮਕਿਨ ਹੈ। ਆਓ ਜਾਣਦੇ ਹਾਂ ਕਿਵੇਂ। ਕਿਉਂਕਿ ਆਸਟ੍ਰੇਲੀਆ ਦੀ ਜੀਓਗ੍ਰਾਫੀ ਹੀ ਇਦਾਂ ਦੀ ਹੈ ਕਿ ਹਮਲਾ ਨਹੀਂ ਕਰ ਸਕਦਾ। ਦਰਅਸਲ ਆਸਟ੍ਰੇਲੀਆ ਇੱਕ ਟਾਪੂ ਹੈ ਤੇ ਇਸ ਦਾ 70% ਏਰੀਆ ਰੇਗਿਸਤਾਨ ਨਾਲ ਢਕਿਆ ਹੋਇਆ ਹੈ ਤੇ ਜਿਹੜੇ ਵੀ ਦੇਸ਼ ਆਸਟ੍ਰੇਲੀਆ ਦੇ ਆਸ-ਪਾਸ ਨੇ ਉਹ ਇੰਨੇ ਤਾਕਤਵਰ ਹੀ ਨਹੀਂ ਹਨ ਕਿ ਉਹ ਆਸਟ੍ਰੇਲੀਆ ਨੂੰ ਜਿੱਤ ਸਕਣ। ਆਸਟ੍ਰੇਲੀਆ ਤੇ ਹਮਲਾ ਕਰਨ ਦੇ ਲਾਇਕ ਜੇ ਕੋਈ ਨੇੜੇ ਦੇਸ਼ ਹਨ ਉਹਨਾਂ ਵਿੱਚ ਇੰਡੀਆ, ਚਾਈਨਾ, ਜਾਪਾਨ, ਜੋ ਕਿ ਆਸਟ੍ਰੇਲੀਆ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਨੇ ਤੇ ਆਸਟ੍ਰੇਲੀਆ ਦਾ ਸਭ ਤੋਂ ਨਜ਼ਦੀਕੀ ਦੇਸ਼ ਜਾਪਾਨ ਹੈ ਜੋ ਕਿ ਇਸ ਦੇ ਉੱਪਰ ਹਮਲਾ ਕਰਨ ਦੀ ਤਾਕਤ ਰੱਖਦਾ ਹੈ ਤੇ ਜਾਪਾਨ ਆਸਟ੍ਰੇਲੀਆ ਤੋਂ ਲਗਭਗ 11,000 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਪਹਿਲਾਂ ਜਾਪਾਨ ਨੂੰ ਸਮੁੰਦਰ ਰਾਹੀਂ ਦੂਰੀ ਤੈਅ ਕਰਨੀ ਪਵੇਗੀ ਤੇ ਜੇਕਰ ਜਾਪਾਨ ਦੀ ਆਰਮੀ ਪਹੁੰਚ ਜਾਂਦੀ ਹੈ ਤਾਂ ਇਸ ਦੇਸ਼ ਦੇ ਲੋਕਾਂ ਤੱਕ ਪਹੁੰਚਣ ਲਈ ਜਾਪਾਨੀਆਂ ਨੂੰ ਹਜ਼ਾਰਾਂ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਨਾ ਪਵੇਗਾ। ਆਸਟ੍ਰੇਲੀਆ ਦੀ ਲਗਭਗ 90% ਆਬਾਦੀ ਸਮੁੰਦਰ ਦੇ ਕਿਨਾਰੇ ਹੈ ਤੇ ਵਿੱਚੋਂ ਆਸਟ੍ਰੇਲੀਆ ਇੱਕਦਮ ਖਾਲੀ ਪਿਆ ਹੈ ਜੋ ਕਿ ਹਜ਼ਾਰਾਂ ਕਿਲੋਮੀਟਰ ਦਾ ਰੇਗਿਸਤਾਨ ਹੈ ਤੇ ਜੰਗਲਾਂ ਵਾਲਾ ਇਲਾਕਾ ਹੈ ਤੇ ਇਸ ਵਿੱਚ ਕਿੱਥੇ ਕਿੱਥੇ ਆਰਮੀ ਦੇ ਬੰਕਰ ਨੇ ਇਹ ਕੋਈ ਨਹੀਂ ਜਾਣਦਾ। ਇਹੀ ਕਾਰਨ ਹੈ ਕਿ ਜਾਪਾਨ ਨੇ ਆਸਟ੍ਰੇਲੀਆ ਤੇ ਵਰਲਡ ਵਾਰ 2 ਸਮੇਂ ਹਮਲਾ ਕਰਨ ਤੋਂ ਪਹਿਲਾਂ 1000 ਵਾਰ ਸੋਚਿਆ ਸੀ ਤੇ ਅੰਤ ਵਿੱਚ ਬਿਨਾਂ ਹਮਲਾ ਕੀਤੇ ਹੀ ਵਾਪਸ ਚਲੇ ਗਏ ਸੀ। ਇੰਨੀ ਦੂਰ ਇੰਨੇ ਮੁਸ਼ਕਲ ਏਰੀਏ ਨੂੰ ਪਾਰ ਕਰਨਾ ਕੋਈ ਸੌਖੀ ਗੱਲ ਨਹੀਂ ਤੇ ਆਸਟ੍ਰੇਲੀਆ ਦੇ ਗਰੀਲਾ ਸਿਪਾਹੀਆਂ ਦੇ ਹੱਥ ਲੱਗ ਗਏ ਤਾਂ ਸਮਝੋ ਸਿੱਧੀ ਮੌਤ ਹੈ। ਇਸੇ ਕਰਕੇ ਕੋਈ ਵੀ ਦੇਸ਼ ਆਪਣੇ ਆਪ ਨੂੰ ਹੀ ਪਰੇਸ਼ਾਨੀ ਵਿੱਚ ਨਹੀਂ ਪਾਉਣਾ ਚਾਹੁੰਦਾ। ਨੰਬਰ 9 ਤੇ ਹੈ ਨਾਰਥ ਕੋਰੀਆ। ਨਾਰਥ ਕੋਰੀਆ ਦਾ ਲੀਡਰ ਕਿਮ ਜੋਂਗ ਉਨ ਸਿਰਫ ਸਿਰਫਿਰਾ ਹੀ ਨਹੀਂ ਹੈ ਬਲਕਿ ਇੱਥੋਂ ਦੀ ਆਰਮੀ ਵੀ ਕਾਫੀ ਜ਼ਿਆਦਾ ਤਾਕਤਵਰ ਹੈ। ਨਾਰਥ ਕੋਰੀਆ ਦੀ ਦੁਸ਼ਮਣੀ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੇਸ਼ਾਂ ਨਾਲ ਆ ਪਰ ਫਿਰ ਵੀ ਇਸ ਦੇਸ਼ ਤੇ ਕੋਈ ਹਮਲਾ ਨਹੀਂ ਕਰਦਾ। ਇਸ ਦੇਸ਼ ਦਾ ਕਾਰਨ ਹੈ ਇਸ ਦੇਸ਼ ਦੀ ਨਿਡਰਤਾ। ਇਹ ਦੇਸ਼ ਕਿਸੇ ਤੋਂ ਨਹੀਂ ਡਰਦਾ। ਨਾਰਥ ਕੋਰੀਆ ਵਿੱਚ 12 ਲੱਖ ਤੋਂ ਜ਼ਿਆਦਾ ਸੈਨਿਕ, 4,500 ਤੋਂ ਜ਼ਿਆਦਾ ਟੈਂਕ, 250 에ਅਰਕ੍ਰਾਫਟ, ਹੈਲੀਕਾਪਟਰ ਤੇ ਕਿੰਨੀਆਂ ਹੀ ਨਵੀਆਂ ਮਿਜ਼ਾਈਲਾਂ ਦੇ ਨਾਲ ਨਾਰਥ ਕੋਰੀਆ ਇੱਕ ਪਰਮਾਣੂ ਦੇਸ਼ ਹੈ। ਇਹ ਦੇਸ਼ ਇੱਕ ਮਿੰਟ ਵੀ ਨਹੀਂ ਸੋਚੇਗਾ ਪਰਮਾਣੂ ਵਰਤਣ ਤੇ। 1950 ਦੀ ਕੋਰੀਆ ਵਾਰ 'ਚ ਸਾਬਤ ਕਰ ਦਿੱਤਾ ਕਿ ਨਾਰਥ ਕੋਰੀਆ ਤੇ ਹਮਲਾ ਕਰਨਾ ਕੋਈ ਮਜ਼ਾਕ ਨਹੀਂ ਹੈ। ਇਹ ਇਸ ਨੇ ਸਾਬਤ ਕਰਕੇ ਦਿਖਾਇਆ ਕਿਉਂਕਿ ਇਸ ਦੀ ਆਰਮੀ ਬਹੁਤ ਹੀ ਨਿਡਰਤਾ ਨਾਲ ਲੜਦੀ ਹੈ। ਸਾਊਥ ਕੋਰੀਆ ਤੇ USA ਮਿਲ ਕੇ ਵੀ ਨਾਰਥ ਕੋਰੀਆ ਨੂੰ ਨਹੀਂ ਹਰਾ ਸਕੇ ਤੇ ਜਦੋਂ ਤੱਕ ਚਾਈਨਾ ਵਰਗੇ ਮੁਲਕ ਦੇ ਨਾਰਥ ਕੋਰੀਆ ਨਾਲ ਸੰਬੰਧ ਨੇ ਉਦੋਂ ਤੱਕ ਕੋਈ ਵੀ ਦੇਸ਼ ਨਾਰਥ ਕੋਰੀਆ ਤੇ ਹਮਲਾ ਕਰਨ ਤੋਂ ਪਹਿਲਾਂ ਕਈ ਵਾਰ ਸੋਚੇਗਾ। ਚਾਈਨਾ ਦੇ ਨਾਰਥ ਕੋਰੀਆ ਦੀ ਦੋਸਤੀ ਸਭ ਤੋਂ ਵੱਡੀ ਵਜ੍ਹਾ ਹੈ ਕਿ USA ਨਾਰਥ ਕੋਰੀਆ ਉੱਪਰ ਹਮਲਾ ਨਹੀਂ ਕਰਦਾ ਕਿਉਂਕਿ USA ਤੇ ਚਾਈਨਾ ਇੱਕ ਦੂਜੇ ਦੇ ਦੁਸ਼ਮਣ ਨਹੀਂ ਬਣਨਾ ਚਾਹੁੰਦੇ। ਨਾਰਥ ਕੋਰੀਆ ਤੇ ਹਮਲਾ ਕਰਕੇ ਸਿਰਫ ਨਾਰਥ ਕੋਰੀਆ ਨੂੰ ਹੀ ਨਹੀਂ ਨੁਕਸਾਨ ਹੋਵੇਗਾ ਬਲਕਿ ਵਰਲਡ ਵਾਰ 3 ਲੱਗ ਵੀ ਸਕਦੀ ਹੈ ਤੇ ਦੁਨੀਆ ਦਾ ਕੋਈ ਵੀ ਦੇਸ਼ ਨਹੀਂ ਚਾਹੁੰਦਾ ਕਿ ਵਰਲਡ ਵਾਰ 3 ਹੋਵੇ। ਹਾਂਜੀ, ਹੁਣ 8ਵੇਂ ਨੰਬਰ ਤੇ ਹੈ ਈਰਾਨ। ਈਰਾਨ ਮਿਡਲ ਈਸਟ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਹੈ। ਮਿਡਲ ਈਸਟ ਪਿਛਲੇ ਕਈ ਸਾਲਾਂ ਤੋਂ ਜੰਗ ਦਾ ਮੈਦਾਨ ਬਣਿਆ ਹੋਇਆ ਹੈ ਜਿੱਥੇ ਕਿ ਸਾਊਦੀ ਅਰਬ, ਤੁਰਕੀ, USA ਵਰਗੇ ਤਾਕਤਵਰ ਦੁਸ਼ਮਣ ਦੇਸ਼ ਵੀ ਵਰਲਡ ਵਾਰ 2 ਤੋਂ ਬਾਅਦ ਇਸ ਉੱਤੇ ਹਮਲਾ ਨਹੀਂ ਕਰ ਸਕੇ। ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਈਰਾਨ ਦੀ ਜੀਓਗ੍ਰਾਫੀ ਜੋ ਕਿ ਕਿਸੇ ਵੀ ਦੁਸ਼ਮਣ ਦੇਸ਼ ਨੂੰ ਈਰਾਨ ਉੱਤੇ ਹਮਲਾ ਕਰਨ ਤੋਂ ਪਹਿਲਾਂ 10 ਵਾਰ ਸੋਚਣ ਲਈ ਮਜਬੂਰ ਕਰਦੀ ਹੈ।
ਈਰਾਨ ਚਾਰੇ ਪਾਸੋਂ ਪਹਾੜਾਂ ਨਾਲ ਘਿਰਿਆ ਹੋਇਆ ਹੈ ਅਤੇ ਇਹਨਾਂ ਪਹਾੜਾਂ ਵਿੱਚ ਹਜ਼ਾਰਾਂ ਸਿਪਾਹੀ ਬੰਕਰਾਂ ਵਿੱਚ ਈਰਾਨ ਦੀ ਰੱਖਿਆ ਕਰਦੇ ਨੇ ਅਤੇ ਆਪਣੇ ਦੇਸ਼ ਦੇ ਲੋਕਾਂ ਨੂੰ ਆਉਣ ਵਾਲੇ ਖਤਰੇ ਤੋਂ ਆਗਾਹ ਕਰਦੇ ਨੇ। ਇਹੀ ਨਹੀਂ, ਈਰਾਨ ਦੇ ਕੋਲ ਅੰਡਰਗਰਾਉਂਡ ਮਿਜ਼ਾਈਲ ਸਿਸਟਮ ਵੀ ਹੈ ਜੋ ਕਿ ਪੂਰੇ ਈਰਾਨ ਵਿੱਚ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ ਈਰਾਨ ਕੋਲ 5,33,000 ਆਰਮੀ ਤੇ 2,056 ਟੈਂਕ, 155 ਫਾਈਟਰ ਪਲੇਨ ਅਤੇ ਬਹੁਤ ਸਾਰੀਆਂ ਐਡਵਾਂਸ ਮਿਜ਼ਾਈਲਾਂ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ USA, ਸਾਊਦੀ ਅਰਬ, ਇਜ਼ਰਾਈਲ ਵਰਗੇ ਮੁਲਕ ਵੀ ਈਰਾਨ ਤੋਂ ਦੂਰੀ ਬਣਾ ਕੇ ਰੱਖਦੇ ਹਨ। ਹਾਂਜੀ, ਨੰਬਰ 7 ਤੇ ਹੈ ਸਵਿਟਜ਼ਰਲੈਂਡ। ਸਵਿਟਜ਼ਰਲੈਂਡ ਦੁਨੀਆ ਦੇ ਸਭ ਤੋਂ ਵੱਧ ਖੂਬਸੂਰਤ ਦੇਸ਼ਾਂ ਦਾ ਰਾਜਾ ਹੈ। ਇਸ ਲਈ ਇਸ ਨੇ ਕਦੇ ਵੀ ਕਿਸੇ ਵੀ ਲੜਾਈ ਵਿੱਚ ਹਿੱਸਾ ਨਹੀਂ ਲਿਆ। ਇਤਿਹਾਸ ਦੀਆਂ ਕਿਤਾਬਾਂ ਵਿੱਚ ਸਵਿਟਜ਼ਰਲੈਂਡ ਨੂੰ ਨਿਊਟਰਲ ਦੇਸ਼ ਤੌਰ ਤੇ ਖੋਜਿਆ ਗਿਆ ਹੈ। ਸ਼ਾਇਦ ਇਹੀ ਕਾਰਨ ਹੈ ਕਿ UN ਦੇ ਜ਼ਿਆਦਾਤਰ ਡਿਪਾਰਟਮੈਂਟ ਹੈੱਡਕੁਆਟਰ ਸਵਿਟਜ਼ਰਲੈਂਡ ਵਿੱਚ ਹਨ, ਪਰ ਇਹਦਾ ਮਤਲਬ ਇਹ ਨਹੀਂ ਕਿ ਸਵਿਟਜ਼ਰਲੈਂਡ ਇੱਕ ਕਮਜ਼ੋਰ ਦੇਸ਼ ਹੈ। ਚਾਹੇ ਹੀ ਕਿਸੇ ਲੜਾਈ ਵਿੱਚ ਹਿੱਸਾ ਨਾ ਲਿਆ ਹੋਵੇ, ਪਰ ਕਈ ਸ਼ਕਤੀਸ਼ਾਲੀ ਦੇਸ਼ਾਂ ਨਾਲ ਚੰਗੀ ਦੋਸਤੀ ਅਤੇ ਚੰਗੇ ਸਬੰਧ ਵੀ ਬਣਾਏ ਹੋਏ ਨੇ ਸਵਿਟਜ਼ਰਲੈਂਡ ਨੇ, ਜਿਵੇਂ ਕਿ UK, ਫਰਾਂਸ, ਇਟਲੀ, ਜਰਮਨੀ। USA ਵਰਲਡ ਸੁਪਰ ਪਾਵਰ ਅੱਜ ਸਵਿਟਜ਼ਰਲੈਂਡ ਦੇ ਬਹੁਤ ਚੰਗੇ ਦੋਸਤ ਨੇ ਅਤੇ ਉਹਨਾਂ ਦਾ ਪੈਸਾ ਸਵਿਸ ਬੈਂਕ ਵਿੱਚ ਮੌਜੂਦ ਹੈ। ਇੱਥੋਂ ਦੇ ਹਰ ਵਿਅਕਤੀ ਨੂੰ ਆਰਮੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਆਪਣਾ ਖੁਦ ਦਾ ਹਥਿਆਰ ਰੱਖਣ ਲਈ ਆਗਿਆ ਹੁੰਦੀ ਹੈ। ਸਭ ਤੋਂ ਔਖੀ ਗੱਲ ਹੈ ਸਵਿਟਜ਼ਰਲੈਂਡ ਵਿੱਚ ਵੜਨਾ, ਕਿਉਂਕਿ ਸਵਿਟਜ਼ਰਲੈਂਡ ਦੇ ਆਸੇ-ਪਾਸੇ ਬਹੁਤ ਹੀ ਵੱਡੇ ਪਹਾੜ ਹਨ ਜੋ ਕਿ ਬੰਕਰਾਂ ਦੇ ਨਾਲ ਭਰੇ ਪਏ ਹਨ ਅਤੇ ਬੰਕਰਾਂ ਵਿੱਚ ਆਰਮੀ ਤੈਨਾਤ ਰਹਿੰਦੀ ਆ ਜੋ ਕਿ ਬਹੁਤ ਹੀ ਖਤਰਨਾਕ ਸਿਪਾਹੀ ਹਨ। ਇਸ ਤੋਂ ਇਲਾਵਾ ਸਵਿਟਜ਼ਰਲੈਂਡ ਵਿੱਚ 1,70,000 ਸੈਨਿਕ ਅਤੇ 170 에ਅਰਕ੍ਰਾਫਟ ਹਨ। ਸਵਿਟਜ਼ਰਲੈਂਡ ਦੇ ਪਹਾੜਾਂ ਦਾ ਮੌਸਮ ਇਦਾਂ ਦਾ ਹੈ ਕਿ ਕਿਸੇ ਵੀ ਦੇਸ਼ ਦੀ ਆਰਮੀ ਲਈ ਲੜਨਾ ਬਹੁਤ ਔਖਾ ਹੈ ਤੇ ਸਵਿਟਜ਼ਰਲੈਂਡ ਦੀ ਆਰਮੀ ਨੂੰ ਟ੍ਰੇਨਿੰਗ ਇੱਥੇ ਹੀ ਦਿੱਤੀ ਜਾਂਦੀ ਆ। ਹੁਣ ਨੰਬਰ 6 ਤੇ ਹੈ ਕੈਨੇਡਾ, ਜੋ ਕਿ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਇਸ ਦੀ ਆਰਮੀ ਵਿੱਚ ਲਗਭਗ 1 ਲੱਖ ਸੈਨਿਕ ਨੇ। ਤੁਹਾਨੂੰ ਦੱਸ ਦਈਏ ਕਿ ਰੱਖਿਆ ਲਈ ਕੈਨੇਡਾ ਨੂੰ ਕੋਈ ਆਰਮੀ ਦੀ ਲੋੜ ਨਹੀਂ ਹੈ, ਕਿਉਂਕਿ ਕੈਨੇਡਾ ਕੋਲ 2 ਵੱਡੇ ਫਾਇਦੇ ਨੇ। ਪਹਿਲਾ ਫਾਇਦਾ ਕੈਨੇਡਾ ਦਾ ਮੌਸਮ ਤੇ ਦੂਜਾ ਫਾਇਦਾ ਇਸ ਦਾ ਗਵਾਂਢੀ ਦੇਸ਼ ਅਮਰੀਕਾ। ਦੁਸ਼ਮਣ ਨੂੰ ਕੈਨੇਡਾ 'ਤੇ ਹਮਲਾ ਕਰਨ ਲਈ ਇੱਥੋਂ ਦੇ ਜੰਗਲਾਂ ਤੇ ਬਰਫੀਲੇ ਮੌਸਮ ਵਿੱਚ ਦੀ ਹੋ ਕੇ ਆਉਣਾ ਹੋਵੇਗਾ। ਸਰੀਰ ਨੂੰ ਜਮਾ ਦੇਣ ਵਾਲੀ ਠੰਡ ਤੇ ਕੈਨੇਡਾ ਤਿੰਨੇ ਪਾਸਿਓਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਤੇ ਦੂਜੀ ਤਰਫ ਇਸ ਦਾ ਗਵਾਂਢੀ ਦੇਸ਼ ਹੈ USA ਨਾਲ ਸੰਬੰਧ ਕਾਫੀ ਵਧੀਆ ਨੇ ਕੈਨੇਡਾ ਦੇ। ਜੇ ਕੋਈ ਵੀ ਦੇਸ਼ ਕੈਨੇਡਾ 'ਤੇ ਹਮਲਾ ਕਰਦਾ ਹੈ ਤਾਂ USA ਦੀ ਆਰਮੀ ਨਾਲ ਉਸ ਨੂੰ ਸਾਹਮਣਾ ਕਰਨਾ ਪਵੇਗਾ। ਤੇ ਹੁਣ ਨੰਬਰ 5 ਤੇ ਹੈ ਇਜ਼ਰਾਈਲ ਮਿਡਲ ਈਸਟ ਦਾ ਇੱਕ ਛੋਟਾ ਜਿਹਾ ਦੇਸ਼ ਹੈ ਤੇ ਆਪਣੇ ਆਲੇ ਦੁਆਲੇ ਦੇ ਦੇਸ਼ਾਂ ਨਾਲ ਇਸ ਦੀ ਦੁਸ਼ਮਣੀ ਵੀ ਹੈ। ਫਿਰ ਵੀ ਅੱਜ ਤੱਕ ਕੋਈ ਵੀ ਇਸ ਦੇਸ਼ 'ਤੇ ਕਬਜ਼ਾ ਨਹੀਂ ਕਰ ਪਾਇਆ, ਕਿਉਂਕਿ ਇਸ ਦੀ ਵਜ੍ਹਾ ਹੈ ਇੱਥੋਂ ਦੀ ਆਰਮੀ। ਇਜ਼ਰਾਈਲ ਦੀ ਆਰਮੀ ਹਮੇਸ਼ਾ ਹਥਿਆਰਾਂ ਨਾਲ ਲੈਸ ਰਹਿੰਦੀ ਹੈ। ਇਜ਼ਰਾਈਲ ਦੀ ਆਰਮੀ ਵਿੱਚ 1,70,000 ਸੈਨਿਕ ਨੇ, ਪਰ ਇਜ਼ਰਾਈਲ ਦੇ ਰਹਿਣ ਵਾਲੇ ਹਰ ਨਾਗਰਿਕ ਨੂੰ ਮਿਲਟਰੀ ਦੀ ਟ੍ਰੇਨਿੰਗ ਜ਼ਰੂਰੀ ਹੈ ਤੇ ਇਜ਼ਰਾਈਲ ਦੀ ਹਰ ਔਰਤ ਨੂੰ ਘੱਟ ਤੋਂ ਘੱਟ 2 ਸਾਲ ਤੇ ਆਦਮੀ ਨੂੰ 3 ਸਾਲ ਆਰਮੀ ਵਿੱਚ ਰਹਿਣਾ ਜ਼ਰੂਰੀ ਹੈ। ਦੂਜੇ ਪਾਸੇ ਦੁਨੀਆ ਦੀ ਸਭ ਤੋਂ ਵੱਡੀ ਪਾਵਰ USA ਦੀ ਵੀ ਇਜ਼ਰਾਈਲ ਨੂੰ ਫੁੱਲ ਸਪੋਰਟ ਹੈ। ਇਜ਼ਰਾਈਲ ਨੇ ਦੁਨੀਆ ਦੇ ਸਭ ਤੋਂ ਐਡਵਾਂਸ ਮਿਲਟਰੀ ਡਿਫੈਂਸ ਸਿਸਟਮ ਨੂੰ ਡਿਵੈਲਪਮੈਂਟ ਕਰ ਲਿਆ ਹੈ। ਇਸ ਟੈਕਨੋਲੋਜੀ ਦੀ ਵਜ੍ਹਾ ਨਾਲ ਪੂਰਾ ਦੇਸ਼ ਇੱਕ ਸੁਰੱਖਿਆ ਕਵਚ ਵਿੱਚ ਹੈ ਤੇ ਕੋਈ ਵੀ ਮਿਜ਼ਾਈਲ ਇਜ਼ਰਾਈਲ ਦਾ ਕੁਝ ਨਹੀਂ ਵਿਗਾੜ ਸਕਦੀ। ਨੰਬਰ 4 ਤੇ ਹੈ ਰਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਜਦੋਂ ਨੈਪੋਲੀਅਨ ਤੇ ਹਿਟਲਰ ਵਰਗੇ ਰਸ਼ੀਆ ਤੇ ਹਮਲਾ ਨਹੀਂ ਬੋਲ ਸਕੇ ਤਾਂ ਫਿਰ ਅੱਜ ਦੇ ਜ਼ਮਾਨੇ ਵਿੱਚ ਕੋਈ ਵੀ ਇਸ ਦੇਸ਼ ਦਾ ਮੁਕਾਬਲਾ ਨਹੀਂ ਹੈ। ਰਸ਼ੀਆ ਦੀ ਸੇਫਟੀ ਦੀ ਵਜ੍ਹਾ ਹੈ ਇਸ ਦੀ ਜਿਓਗ੍ਰਾਫੀ, ਕਿਉਂਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਤੇ ਇਸ ਦੀ ਜ਼ਿਆਦਾਤਰ ਜ਼ਮੀਨ ਜੰਗਲਾਂ ਤੇ ਬਰਫ਼ਾਂ ਨਾਲ ਘਿਰੀ ਹੋਈ ਹੈ। ਵਰਲਡ ਵਾਰ 2 ਦੇ ਟਾਈਮ ਨਾਜ਼ੀਆਂ ਨੇ ਰਸ਼ੀਆ ਤੇ ਹਮਲਾ ਕਰਨਾ ਚਾਹਿਆ ਪਰ ਰਸ਼ੀਅਨ ਆਰਮੀ ਲੜੀ ਨਹੀਂ, ਬਲਕਿ ਉਹ ਪਿੱਛੇ ਹਟਦੀ ਗਈ, ਕਿਉਂਕਿ ਉਹ ਜਾਣਦੇ ਸੀ ਕਿ ਹਿਟਲਰ ਦੀ ਆਰਮੀ ਲਈ ਇੰਨੇ ਵੱਡੇ ਦੇਸ਼ ਨੂੰ ਪਾਰ ਕਰਨਾ ਬਹੁਤ ਹੀ ਔਖਾ ਹੈ, ਬਲਕਿ ਉਹਨਾਂ ਦੇ ਸੈਨਿਕ ਠੰਡ ਨਾਲ ਹੀ ਮਰ ਜਾਣਗੇ ਤੇ ਉਹਨਾਂ ਨੂੰ ਪਿੱਛੇ ਹਟਣਾ ਪਵੇਗਾ। ਤੇ ਇਦਾਂ ਹੋਇਆ ਵੀ। ਅੱਜ ਦੇ ਟਾਈਮ ਵਿੱਚ ਰਸ਼ੀਆ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਹੈ ਤੇ ਸਭ ਤੋਂ ਵੱਧ ਪਰਮਾਣੂ ਬੰਬ ਵਾਲਾ ਵੀ ਦੇਸ਼ ਹੈ। ਰਸ਼ੀਆ ਨੂੰ ਜਿੱਤਣਾ ਲਗਭਗ ਨਾਮੁਮਕਿਨ ਹੈ। ਹਾਂਜੀ, ਨੰਬਰ 3 ਤੇ ਹੈ ਨੇਪਾਲ ਕੋਲ ਕੋਈ ਬਹੁਤ ਵੱਡੀ ਸੈਨਾ ਨਹੀਂ ਹੈ, ਨਾ ਹੀ ਇਹਨਾਂ ਕੋਲ ਕੋਈ 에ਅਰ ਫੋਰਸ, ਨਾ ਹੀ ਕੋਈ ਟੈਂਕ, ਪਰ ਫਿਰ ਵੀ ਇਸ ਨੂੰ ਕੋਈ ਕਿਉਂ ਨਹੀਂ ਜਿੱਤ ਸਕਿਆ, ਕਿਉਂਕਿ ਨੇਪਾਲ ਚਾਰੇ ਪਾਸਿਓਂ ਪਹਾੜਾਂ ਨਾਲ ਘਿਰਿਆ ਹੋਇਆ ਹੈ ਤੇ ਇਹ ਪਹਾੜ ਕੋਈ ਮਾਮੂਲੀ ਪਹਾੜ ਨਹੀਂ ਨੇ।
ਬਹੁਤ ਹੀ ਵੱਡੇ ਵੱਡੇ ਪਹਾੜ ਨੇ ਜਿਨ੍ਹਾਂ ਉੱਪਰ ਟੈਂਕਾਂ ਦਾ ਚੜ੍ਹਨਾ ਲਗਭਗ ਨਾਮੁਮਕਿਨ ਹੈ। ਨੇਪਾਲ ਦੀ ਜੀਓਗ੍ਰਾਫੀ ਹੀ ਇਦਾਂ ਦੀ ਹੈ, ਕਿਸੇ ਵੀ ਦੇਸ਼ ਦੀ ਸੈਨਾ ਲਈ ਬਹੁਤ ਵੱਡੀ ਰੁਕਾਵਟ ਬਣਦੀ ਹੈ। ਨੇਪਾਲ ਦਾ ਬਾਰਡਰ ਦੋ ਦੇਸ਼ਾਂ ਨਾਲ ਮਿਲਦਾ ਹੈ, ਇੰਡੀਆ ਤੇ ਚਾਈਨਾ ਬਹੁਤ ਹੀ ਪਾਵਰਫੁਲ ਕੰਟਰੀਆਂ ਨੇ ਤੇ ਇਹਨਾਂ ਦੋਨਾਂ ਨਾਲ ਨੇਪਾਲ ਦੇ ਸਬੰਧ ਬਹੁਤ ਹੀ ਚੰਗੇ ਨੇ। ਨੇਪਾਲ ਦੇ ਸਬੰਧ ਸਿਰਫ ਇੰਡੀਆ ਤੇ ਚਾਈਨਾ ਨਾਲ ਹੀ ਨਹੀਂ ਬਲਕਿ ਇਸ ਦੇ ਸਬੰਧ UK, ਫਰਾਂਸ, ਜਰਮਨੀ, ਜਾਪਾਨ, ਮਲੇਸ਼ੀਆ ਅਤੇ USA ਵਰਗੇ ਚੰਗੇ ਮੁਲਕਾਂ ਨਾਲ ਸੰਬੰਧ ਨੇ। ਬਹੁਤ ਹੀ ਔਖੀ ਜੀਓਗ੍ਰਾਫੀ ਅਤੇ ਪਾਵਰਫੁਲ ਦੇਸ਼ਾਂ ਦੀ ਸਪੋਰਟ ਤੋਂ ਇਲਾਵਾ ਨੇਪਾਲ ਵਿੱਚ 96,000 ਦੇ ਕਰੀਬ ਸੈਨਿਕ ਨੇ। ਨੇਪਾਲ ਦੇ ਗੋਰਖਾ ਸੈਨਿਕਾਂ ਨੂੰ ਦੁਨੀਆ ਦੇ ਸਭ ਤੋਂ ਨਿਡਰ ਸੈਨਿਕ ਕਿਹਾ ਜਾਂਦਾ ਹੈ। ਜੇਕਰ ਤੁਸੀਂ ਇਤਿਹਾਸ ਵਿੱਚ ਦੇਖੋਗੇ ਤਾਂ ਅੰਗਰੇਜ਼ਾਂ ਨੇ ਨੇਪਾਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਨੇਪਾਲ ਇੱਕ ਸ਼ਾਂਤੀਪੂਰਵਕ ਦੇਸ਼ ਹੈ, ਵੈਸੇ ਕੋਈ ਵੀ ਦੇਸ਼ ਇਸ ਉੱਪਰ ਹਮਲਾ ਨਹੀਂ ਕਰਨਾ ਚਾਹੁੰਦਾ। ਹਾਂਜੀ, ਨੰਬਰ 2 ਤੇ ਹੈ ਇੰਡੀਆ। ਇੰਡੀਆ ਨੂੰ ਜਿੱਤਣਾ ਵੀ ਕਾਫੀ ਔਖਾ ਹੈ। ਇਸ ਦੀ ਵਜ੍ਹਾ ਹੈ ਇਸ ਦੀ ਜੀਓਗ੍ਰਾਫੀ ਅਤੇ ਇਸ ਦੀ ਇੰਡੀਅਨ ਆਰਮੀ। ਇੰਡੀਆ ਦੇ ਗਵਾਂਢੀ ਦੇਸ਼ ਨੇ ਚਾਈਨਾ ਤੇ ਪਾਕਿਸਤਾਨ, ਜੋ ਕਿ ਕਈ ਵਾਰ ਹਮਲਾ ਵੀ ਕਰ ਚੁੱਕੇ ਨੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਇੰਡੀਅਨ ਆਰਮੀ ਵਿੱਚ 14,44,000 ਸੈਨਿਕ, 1,800 ਫਾਈਟਰ ਪਲੇਨ ਤੇ 4,292 ਟੈਂਕ ਤੇ ਬਹੁਤ ਸਾਰੇ ਪਰਮਾਣੂ ਹਥਿਆਰ। ਇੰਡੀਆ ਦੀ ਜੀਓਗ੍ਰਾਫੀ ਨਾਰਥ ਦਾ ਹਿੱਸਾ ਜ਼ਿਆਦਾਤਰ ਹਿਮਾਲਿਆ ਪਹਾੜਾਂ ਨਾਲ ਘਿਰਿਆ ਹੋਇਆ ਹੈ, ਜੋ ਕਿ ਦੁਨੀਆ ਦੇ ਸਭ ਤੋਂ ਉੱਚੇ ਪਹਾੜ ਨੇ। ਇਹਨਾਂ ਖਤਰਨਾਕ ਬਰਫੀਲੇ ਪਹਾੜਾਂ ਵਿੱਚ ਰਹਿੰਦੀ ਹੈ ਇੰਡੀਅਨ ਆਰਮੀ। ਇਸ ਪਾਸਿਓਂ ਹਮਲਾ ਕਰਨ ਦੀ ਬਹੁਤ ਘੱਟ ਉਮੀਦ ਹੈ। ਜੇਕਰ ਆਪਾਂ ਸਾਊਥ ਦੇ ਹਿੱਸੇ ਦੀ ਗੱਲ ਕਰੀਏ ਤਾਂ ਇੰਡੀਆ 3 ਤਰਫ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਜੇਕਰ ਸਮੁੰਦਰ ਵਿੱਚ ਕੋਈ ਹਮਲਾ ਕਰ ਵੀ ਦੇਵੇ ਤਾਂ 285 ਸਿਰਫ ਮਿਜ਼ਾਈਲ ਪਣਡੁੱਬੀਆਂ ਤੇ ਉਹਨਾਂ ਵਿੱਚ ਪਰਮਾਣੂ ਮਿਜ਼ਾਈਲਾਂ ਦੇ 에ਅਰਕ੍ਰਾਫਟ ਵਾਲੀ ਨੇਵੀ ਨੂੰ ਜਿੱਤਣਾ ਬਹੁਤ ਹੀ ਮੁਸ਼ਕਲ ਹੈ। ਹਾਂਜੀ, ਹੁਣ ਚੱਲਦੇ ਹਾਂ ਨੰਬਰ 1 ਤੇ। ਨੰਬਰ 1 ਤੇ ਹੈ ਯੂਨਾਈਟਿਡ ਸਟੇਟ ਆਫ ਅਮਰੀਕਾ। USA ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਹੈ। ਲੈਂਡ ਏਰੀਏ ਦੇ ਹਿਸਾਬ ਨਾਲ ਨੰਬਰ 3 ਤੇ ਆਉਂਦਾ ਹੈ। ਇਸ ਦੀ ਆਰਮੀ ਵਿੱਚ 14 ਲੱਖ ਸੈਨਿਕ ਤੇ ਦੁਨੀਆ ਦੀ ਨੰਬਰ 1 에ਅਰ ਫੋਰਸ ਤੇ ਦੁਨੀਆ ਦੇ ਨੰਬਰ 1 ਨੇਵੀ। ਇਸ ਤੋਂ ਇਲਾਵਾ USA ਕੋਲ ਲਗਭਗ 7,000 ਦੇ ਕਰੀਬ ਪਰਮਾਣੂ ਹਥਿਆਰ ਨੇ ਤੇ ਇਹਨਾਂ ਵਿੱਚੋਂ 2 ਪਰਮਾਣੂ ਹਥਿਆਰ ਇਹ ਵਰਤ ਵੀ ਚੁੱਕਿਆ ਹੈ। ਇਸ ਵਿਸ਼ਾਲ ਦੇਸ਼ ਦਾ ਬਲ ਇਸ ਦੀਆਂ ਤਿੰਨੇ ਮਿਲਟਰੀ ਤਾਕਤਾਂ ਨੇ। ਜੇਕਰ USA ਦਾ ਰਾਸ਼ਟਰਪਤੀ ਚਾਹੇ ਤਾਂ ਉਹ ਇੱਕ ਇਸ਼ਾਰੇ ਨਾਲ ਧਰਤੀ ਦੇ ਹਰ ਦੇਸ਼ ਦਾ ਸਫਾਇਆ ਕਰ ਸਕਦਾ ਹੈ। ਇੱਕ ਵਾਰ ਨਹੀਂ ਕਈ ਵਾਰ ਕਰ ਸਕਦਾ ਹੈ। ਤੇ ਦੂਜਾ ਵੱਡਾ ਕਾਰਨ ਇਹ ਵੀ ਹੈ ਕਿ USA ਦੀ ਬੈਸਟ ਡਿਫੈਂਸ, ਬੈਸਟ ਪੋਲਿਸੀ ਤੇ ਬੈਸਟ ਰਾਜਨੀਤੀ ਤੇ ਇਹਨਾਂ ਦਾ ਮਿਲਟਰੀ ਬਜਟ ਤੇ ਟੈਕਨੋਲੋਜੀ, ਉਹਨਾਂ ਦੀ ਇਕਨੋਮੀ, ਇਹ ਸਭ ਤੋਂ ਵੱਡੇ ਕਾਰਨ ਨੇ ਕਿ USA ਨੰਬਰ 1 ਤੇ ਆਉਂਦਾ ਹੈ। ਤੇ ਇਹੀ ਚੀਜ਼ਾਂ USA ਨੂੰ ਵਰਲਡ ਸੁਪਰ ਪਾਵਰ ਬਣਾਉਂਦੇ ਨੇ। ਇਸ ਦੇਸ਼ ਨੂੰ ਜਿੱਤਣਾ ਲਗਭਗ ਨਾਮੁਮਕਿਨ ਹੈ। ਦੋਸਤੋ, ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ, ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।